ਹੈਲੋ ਸਟੂਡੈਂਟਸ, ਅੱਜ ਅਸੀਂ ਜਿਸ ਵਿਸ਼ੇ ਦੇ ਉੱਪਰ ਚਰਚਾ ਕਰਨ ਜਾ ਰਹੇ ਹਾਂ ਉਸ ਵਿਸ਼ੇ ਦਾ ਨਾਮ ਹੈ ਲਿਬਰਲਿਜ਼ਮ। ਸਭ ਤੋਂ ਪਹਿਲਾਂ ਅਸੀਂ ਲਿਬਰਲਿਜ਼ਮ ਕੀ ਹੈ, ਮੀਨਿੰਗ ਆਫ ਲਿਬਰਲਿਜ਼ਮ ਦੇ ਬਾਰੇ ਦੇ ਵਿੱਚ ਚਰਚਾ ਕਰਾਂਗੇ। ਉਦਾਰਵਾਦ ਇੱਕ ਰਾਜਨੀਤਿਕ ਅਤੇ ਆਰਥਿਕ ਵਿਚਾਰਧਾਰਾ ਹੈ। ਇਸ ਵਿਚਾਰਧਾਰਾ ਦਾ ਆਰੰਭ 16ਵੀਂ ਸਦੀ ਵਿੱਚ ਹੋ ਗਿਆ ਸੀ, ਪਰੰਤੂ 17ਵੀਂ ਅਤੇ 18ਵੀਂ ਸਦੀ ਵਿੱਚ ਇਸ ਦਾ ਵਿਕਾਸ ਸਭ ਤੋਂ ਜ਼ਿਆਦਾ ਵਧੇਰੇ ਹੋਇਆ। ਨਾਓ ਆਈ ਐਮ ਐਕਸਪਲੇਨ ਦਾ ਮੀਨਿੰਗ ਆਫ ਲਿਬਰਲਿਜ਼ਮ। ਉਦਾਰਵਾਦ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਲਿਬਰਲਿਜ਼ਮ ਦਾ ਪੰਜਾਬੀ ਅਨੁਵਾਦ ਹੈ। ਲਿਬਰਲਿਜ਼ਮ ਸ਼ਬਦ ਦੀ ਉਤਪਤੀ ਲਤੀਨੀ ਭਾਸ਼ਾ ਦੇ ਸ਼ਬਦ ਲਿਬਰਿਸ ਤੋਂ ਹੋਈ। ਲਤੀਨੀ ਭਾਸ਼ਾ ਵਿੱਚ ਲਿਬਰਿਸ ਸ਼ਬਦ ਦਾ ਅਰਥ ਹੈ ਸੁਤੰਤਰ ਵਿਅਕਤੀ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਇੱਕ ਉਦਾਰਵਾਦ ਇੱਕ ਅਜਿਹੀ ਵਿਚਾਰਧਾਰਾ ਹੈ ਜਿਸ ਦਾ ਸੰਬੰਧ ਵਿਅਕਤੀ ਦੀ ਸੁਤੰਤਰਤਾ ਨਾਲ ਹੈ। ਉਦਾਰਵਾਦੀ ਜੋ ਸਮਰਥਕ ਵਿਦਵਾਨ ਹਨ ਉਹ ਵਿਅਕਤੀ ਨੂੰ ਪੂਰਨ ਰੂਪ ਵਿੱਚ ਸੁਤੰਤਰਤਾ ਦਿੱਤੇ ਜਾਣ ਦੇ ਹੱਕ ਵਿੱਚ ਹਨ। ਡੈਫੀਨੇਸ਼ਨ ਆਫ ਲਿਬਰਲਿਜ਼ਮ ਅਕੋਰਡਿੰਗ ਟੂ ਹੈਲੋਵੈਲ, ਉਦਾਰਵਾਦ ਜੀਵਨ ਦੇ ਬੌਧਿਕ, ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ, ਆਰਥਿਕ ਆਦਿ ਸਾਰੇ ਖੇਤਰਾਂ ਵਿੱਚ ਸੁਤੰਤਰਤਾ ਦੀ ਮੰਗ ਦਾ ਪ੍ਰਤੀਕ ਹੈ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਉਦਾਰਵਾਦ ਇੱਕ ਅਜਿਹੀ ਧਾਰਨਾ ਹੈ ਜਿਸ ਦਾ ਸੰਬੰਧ ਵਿਅਕਤੀ ਦੀ ਸੁਤੰਤਰਤਾ ਦੇ ਨਾਲ ਹੈ। ਅੱਗੇ ਮੈਂ ਜਿਸ ਵਿਸ਼ੇ ਨੂੰ ਐਕਸਪਲੇਨ ਕਰਨ ਜਾ ਰਹੀ ਹਾਂ ਕਿ ਉਦਾਰਵਾਦ ਦੇ ਰੂਪ, ਫਾਰਮਸ ਆਫ ਲਿਬਰਲਿਜ਼ਮ। ਜੇਕਰ ਅਸੀਂ ਲਿਬਰਲਿਜ਼ਮ ਦੇ ਰੂਪਾਂ ਦੇ ਉੱਤੇ ਚਰਚਾ ਕਰੀਏ ਤਾਂ ਪਰਿਵਰਤਨ ਦੇ ਆਧਾਰਾਂ ਦੇ ਉੱਤੇ ਉਦਾਰਵਾਦ ਦੇ ਮੁੱਖ ਰੂਪ ਵਿੱਚ ਦੋ ਰੂਪ ਹਨ: ਪਰੰਪਰਾਵਾਦੀ ਉਦਾਰਵਾਦ, ਸਮਕਾਲਿਕ ਉਦਾਰਵਾਦ। ਪਰੰਪਰਾਵਾਦੀ ਉਦਾਰਵਾਦ ਨੂੰ ਕਲਾਸੀਕਲ ਲਿਬਰਲਿਜ਼ਮ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਅਤੇ ਸਮਕਾਲੀ ਉਦਾਰਵਾਦ ਨੂੰ ਕੰਟੈਂਪਰੇਰੀ ਲਿਬਰਲਿਜ਼ਮ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਫਸਟ ਆਫ ਆਲ ਆਈ ਐਕਸਪਲੇਨ ਕਲਾਸੀਕਲ ਲਿਬਰਲਿਜ਼ਮ। ਸਭ ਤੋਂ ਪਹਿਲਾਂ ਮੈਂ ਵਿਆਖਿਆ ਕਰਾਂਗੀ ਕਿ ਪਰੰਪਰਾਵਾਦੀ ਉਦਾਰਵਾਦ ਕੀ ਹੈ। ਪਰੰਪਰਾਵਾਦੀ ਉਦਾਰਵਾਦ ਵਿਅਕਤੀਵਾਦ ਦਾ ਹੀ ਦੂਸਰਾ ਨਾਮ ਹੈ। ਪਰੰਪਰਾਵਾਦੀ ਉਦਾਰਵਾਦ ਦੇ ਜੋ ਮੁੱਖ ਜਿਹੜੇ ਸਮਰਥਕ ਹਨ, ਜੌਹਨ ਲੌਕ ਅਤੇ ਐਡਮ ਸਮਿਥ ਹਨ। ਇਹਨਾਂ ਵਿਦਵਾਨਾਂ ਨੇ ਪਰੰਪਰਾਵਾਦੀ ਜੋ ਉਦਾਰਵਾਦੀ ਦਾ ਸਮਰਥਨ ਕੀਤਾ। ਪਰੰਪਰਾਵਾਦੀ ਉਦਾਰਵਾਦ ਵਿਅਕਤੀ ਨੂੰ ਪੂਰਨ ਰੂਪ ਵਿੱਚ ਸੁਤੰਤਰਤਾ ਦਿੱਤੇ ਜਾਣ ਦੇ ਹੱਕ ਵਿੱਚ ਹਨ ਅਤੇ ਰਾਜ ਦੀ ਘੱਟ ਦਖਲਅੰਦਾਜ਼ੀ ਦੇ ਹੱਕ ਵਿੱਚ ਹਨ। ਪਰੰਪਰਾਵਾਦੀ ਉਦਾਰਵਾਦੀਆਂ ਦੇ ਅਨੁਸਾਰ ਜੋ ਇੱਕ ਵਿਅਕਤੀ ਹੈ ਉਸ ਨੂੰ ਪੂਰਨ ਰੂਪ ਦੇ ਵਿੱਚ ਸੁਤੰਤਰਤਾ ਹੋਣੀ ਚਾਹੀਦੀ ਹੈ ਜੀਵਨ ਦੇ ਹਰ ਇੱਕ ਖੇਤਰ ਦੇ ਵਿੱਚ, ਚਾਹੇ ਉਹ ਆਰਥਿਕ ਖੇਤਰ ਹੈ, ਸਮਾਜਿਕ ਖੇਤਰ ਹੈ, ਰਾਜਨੀਤਿਕ ਖੇਤਰ ਹੈ। ਹਰ ਇੱਕ ਖੇਤਰ ਵਿੱਚ ਵਿਅਕਤੀ ਨੂੰ ਸੁਤੰਤਰਤਾ ਦਿੱਤੇ ਜਾਣ ਦੇ ਹੱਕ ਵਿੱਚ ਹਨ ਅਤੇ ਰਾਜ ਦੇ ਦੁਆਰਾ ਨਾ ਦਖਲਅੰਦਾਜ਼ੀ ਦਿੱਤੇ ਜਾਣ ਦੇ ਜੋ ਹੈ ਭਾਵ ਗੈਰ ਦਖਲੀ ਦੀ ਨੀਤੀ ਦਾ ਸਮਰਥਨ ਕਰਦੇ ਹਨ। ਸੁਤੰਤਰਤਾ ਅਤੇ ਖੁੱਲ੍ਹੇ ਮੁਕਾਬਲੇ ਦੀ ਨੀਤੀ ਪਰੰਪਰਾਵਾਦੀ ਉਦਾਰਵਾਦ ਦੀ ਮਹੱਤਵਪੂਰਨ ਵਿਸ਼ੇਸ਼ਤਾ ਹੈ। ਇਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਕਿ ਜੋ ਪੁਰਾਤਨ ਉਦਾਰਵਾਦ ਹਨ ਇਸ ਦੀਆਂ ਮੁੱਖ ਕੀ ਵਿਸ਼ੇਸ਼ਤਾਵਾਂ ਹਨ। ਵਿਅਕਤੀ ਦੀ ਸਰਵਉੱਚਤਾ ਅਤੇ ਮਹਾਨਤਾ। ਜੋ ਪਰੰਪਰਾਵਾਦੀ ਉਦਾਰਵਾਦੀ ਹਨ ਵਿਅਕਤੀ ਨੂੰ ਸਮਾਜਿਕ, ਆਰਥਿਕ, ਰਾਜਨੀਤਿਕ ਵਿਵਸਥਾ ਦਾ ਕੇਂਦਰ ਬਿੰਦੂ ਮੰਨਦੇ ਹਨ। ਪੁਰਾਤਨ ਉਦਾਰਵਾਦ ਸਮਾਜ ਨੂੰ ਵਿਅਕਤੀਆਂ ਤੋਂ ਵੱਖਰੀ ਹੋਣ ਦੀ ਮਾਨਤਾ ਨਹੀਂ ਦਿੰਦਾ, ਸਗੋਂ ਸਮਾਜ ਨੂੰ ਵਿਅਕਤੀਆਂ ਦਾ ਸਮੂਹਿਕ ਰੂਪ ਹੀ ਮੰਨਦਾ ਹੈ। ਦੂਜੇ ਸ਼ਬਦਾਂ ਵਿੱਚ ਉਦਾਰਵਾਦੀ ਵਿਚਾਰਧਾਰਾ ਅਨੁਸਾਰ ਵਿਅਕਤੀਆਂ ਤੋਂ ਵੱਖ ਸਮਾਜ ਦੀ ਕੋਈ ਹੋਂਦ ਨਹੀਂ ਹੈ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਵਿਅਕਤੀ ਦੇ ਨਾਲ ਇੱਕ ਸਮਾਜ ਹੋਂਦ ਵਿੱਚ ਆਉਂਦਾ ਹੈ। ਪੁਰਾਤਨ ਜੋ ਉਦਾਰਵਾਦੀ ਹਨ ਉਹ ਇਸ ਚੀਜ਼ ਵਿੱਚ ਵਿਸ਼ਵਾਸ ਕਰਦੇ ਹਨ ਅਤੇ ਵਿਅਕਤੀ ਨੂੰ ਵੱਧ ਤੋਂ ਵੱਧ ਸੁਤੰਤਰਤਾ ਦਿੱਤੇ ਜਾਣ ਦੇ ਹੱਕ ਵਿੱਚ ਹਨ। ਵਿਅਕਤੀ ਦੀ ਤਰਕਸ਼ੀਲਤਾ ਉੱਤੇ ਵਿਸ਼ਵਾਸ। ਜੋ ਪੁਰਾਤਨ ਉਦਾਰਵਾਦੀ ਹਨ ਇੱਕ ਵਿਅਕਤੀ ਦੀ ਤਰਕਸ਼ੀਲਤਾ ਉੱਤੇ ਪੂਰਨ ਰੂਪ ਵਿੱਚ ਵਿਸ਼ਵਾਸ ਰੱਖਦੇ ਹਨ। ਉਹਨਾਂ ਦਾ ਵਿਚਾਰ ਹੈ ਕਿ ਵਿਅਕਤੀ ਕੋਲ ਇੰਨੀ ਕੁ ਜ਼ਿਆਦਾ ਬੌਧਿਕ ਸ਼ਕਤੀ ਹੁੰਦੀ ਹੈ ਜਿਸ ਨਾਲ ਉਹ ਆਪਣੇ ਹਿੱਤਾਂ ਦੀ ਪਛਾਣ ਰੱਖਣ ਦੀ ਯੋਗਤਾ ਰੱਖਦਾ ਹੈ ਅਤੇ ਬੌਧਿਕ ਸ਼ਕਤੀ ਦੇ ਆਧਾਰ 'ਤੇ ਹੀ ਸਮਾਜ ਦੀ ਜਿਹੜੀ ਹੈ ਉਹ ਉੱਨਤੀ ਮਤਲਬ ਜੋ ਹੈ ਡਿਪੈਂਡ ਕਰਦੀ ਹੈ, ਨਿਰਭਰ ਕਰਦੀ ਹੈ। ਇਸ ਕਰਕੇ ਉਹ ਵਿਅਕਤੀ ਨੂੰ ਇੱਕ ਤਰਕਸ਼ੀਲ ਪ੍ਰਾਣੀ ਮੰਨਦੇ ਹਨ।
ਤੇ ਮਨੁੱਖੀ ਅਧਿਕਾਰ ਤੇ ਮਨੁੱਖ ਨੂੰ ਹਰ ਇੱਕ ਖੇਤਰ ਦੇ ਵਿੱਚ ਵੱਧ ਤੋਂ ਵੱਧ ਅਧਿਕਾਰ ਦਿੱਤੇ ਜਾਣ ਦੇ ਹੱਕ ਵਿੱਚ ਹਨ। ਇੱਕ ਵਿਅਕਤੀ ਨੂੰ ਵਿਅਕਤੀਗਤ ਸੁਤੰਤਰਤਾ, ਭਾਸ਼ਣ ਦੇਣ ਦੀ, ਵਿਚਾਰ ਪ੍ਰਗਟਾਉਣ ਦੀ, ਜੋ ਹੈ ਸੰਗਠਨ ਬਣਾਉਣ ਦੀ ਤੇ ਸਭਾਵਾਂ ਬਣਾਉਣ ਦੀ ਪੂਰਨ ਰੂਪ ਵਿੱਚ ਸੁਤੰਤਰਤਾ ਹੋਣੀ ਚਾਹੀਦੀ ਹਨ। ਰਾਜ ਦੀ ਗੈਰ ਦਖਲੀ ਨੀਤੀ, ਜੋ ਪਰੰਪਰਾਗਤ ਉਦਾਰਵਾਦੀ ਹਨ ਉਹ ਇੱਕ ਵਿਅਕਤੀ ਦੇ ਜੀਵਨ ਦੇ ਵਿੱਚ ਰਾਜ ਦੀ ਘੱਟ ਦਖਲਅੰਦਾਜ਼ੀ ਜਾਂ ਨਾ ਦੇ ਬਰਾਬਰ ਦਖਲਅੰਦਾਜ਼ੀ ਵਿੱਚ ਵਿਸ਼ਵਾਸ ਕਰਦੇ ਹਨ ਤੇ ਰਾਜ ਨੂੰ ਇੱਕ ਜੋ ਹੈ ਕਿ ਗੈਰ ਜੋ ਹੈ ਦਖਲੀ ਦੀ ਨੀਤੀ ਦੇ ਸਿਧਾਂਤ ਨੂੰ ਦਾ ਸਮਰਥਨ ਕਰਦੇ ਹਨ। ਨਿੱਜੀ ਸੰਪत्ति ਦਾ ਅਧਿਕਾਰ, ਪੁਰਾਤਨ ਉਦਾਰਵਾਦ ਨਿੱਜੀ ਸੰਪत्ति ਦੇ ਅਧਿਕਾਰ ਦਾ ਸਮਰਥਕ ਹੈ। ਉਦਾਰਵਾਦੀ ਵਿਚਾਰਕ ਸੰਪत्ति ਦੇ ਅਧਿਕਾਰ ਨੂੰ ਇੱਕ ਪਵਿੱਤਰ ਅਧਿਕਾਰ ਮੰਨਦੇ ਹਨ ਤੇ ਉਹ ਇਸ ਅਧਿਕਾਰ ਉੱਪਰ ਕੋਈ ਪਾਬੰਦੀ ਲਾਉਣ ਦੇ ਪੱਖ ਵਿੱਚ ਨਹੀਂ ਹਨ। ਰਾਜ ਇੱਕ ਬਨਾਵਟੀ ਸੰਸਥਾ ਹੈ। ਉਦਾਰਵਾਦੀ ਰਾਜ ਨੂੰ ਈਸ਼ਵਰੀ ਜਾਂ ਕੁਦਰਤੀ ਸੰਸਥਾ ਨਹੀਂ ਮੰਨਦੇ, ਸਗੋਂ ਇੱਕ ਰਾਜ ਨੂੰ ਬਨਾਵਟੀ ਸੰਸਥਾ ਮੰਨਦੇ ਹਨ। ਉਹਨਾਂ ਦੇ ਵਿਚਾਰ ਅਨੁਸਾਰ ਰਾਜ ਦਾ ਨਿਰਮਾਣ ਵਿਅਕਤੀਆਂ ਨੇ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕੀਤਾ। ਇਸ ਕਰਕੇ ਜੇ ਰਾਜ ਵਿਅਕਤੀ ਦੀਆਂ ਲੋੜਾਂ ਨੂੰ ਪੂਰਾ ਨਹੀਂ ਕਰਦਾ ਤਾਂ ਵਿਅਕਤੀ ਨੂੰ ਇਹ ਅਧਿਕਾਰ ਪ੍ਰਾਪਤ ਹੈ ਕਿ ਉਹ ਰਾਜ ਅਤੇ ਸਮਾਜ ਦੇ ਸੰਗਠਨ ਵਿੱਚ ਲੋੜ ਪੈਣ ਅਨੁਸਾਰ ਪਰਿਵਰਤਨ ਕਰ ਸਕੇ। ਰਾਜ ਇੱਕ ਜੋ ਹੈ ਜ਼ਰੂਰੀ ਬੁਰਾਈ ਹੈ। ਪੁਰਾਤਨ ਉਦਾਰਵਾਦ ਰਾਜ ਨੂੰ ਇੱਕ ਜ਼ਰੂਰੀ ਬੁਰਾਈ ਮੰਨਦੇ ਹਨ। ਰਾਜ ਬੁਰਾਈ ਹੈ ਕਿਉਂਕਿ ਇਸ ਦੇ ਕਾਨੂੰਨ ਵਿਅਕਤੀ ਦੀ ਸੁਤੰਤਰਤਾ ਨੂੰ ਨਸ਼ਟ ਕਰਦੇ ਹਨ। ਇਹ ਜ਼ਰੂਰੀ ਹੈ ਕਿਉਂਕਿ ਇਹ ਸੰਸਥਾ ਕੁਝ ਅਜਿਹੇ ਕੰਮ ਕਰਦੀ ਹੈ ਜੋ ਦੂਸਰੀ ਸੰਸਥਾ ਜਾਂ ਵਿਅਕਤੀ ਦੁਆਰਾ ਨਹੀਂ ਕੀਤੇ ਜਾ ਸਕਦੇ। ਇਸ ਕਰਕੇ ਜੋ ਪੁਰਾਤਨ ਪਰੰਪਰਾਗਤ ਉਦਾਰਵਾਦੀ ਹਨ ਉਹ ਰਾਜ ਨੂੰ ਇੱਕ ਜ਼ਰੂਰੀ ਬੁਰਾਈ ਮੰਨਦੇ ਹਨ। ਅੱਗੇ ਅਸੀਂ ਗੱਲ ਕਰਾਂਗੇ ਕਿ ਸਮਕਾਲੀ ਉਦਾਰਵਾਦ ਦਾ ਕੀ ਅਰਥ ਹੈ ਅਤੇ ਇਹ ਪੁਰਾਤਨ ਉਦਾਰਵਾਦ ਨਾਲੋਂ ਕਿਸ ਤਰ੍ਹਾਂ ਭਿੰਨ ਹੈ। ਪੁਰਾਤਨ ਉਦਾਰਵਾਦ ਦੇ ਸਿਧਾਂਤਾਂ ਵਿੱਚ ਉਸ ਸਮੇਂ ਕ੍ਰਾਂਤੀਕਾਰੀ ਪਰਿਵਰਤਨ ਆਇਆ ਜਦੋਂ 18ਵੀਂ ਸਦੀ ਤੇ 19ਵੀਂ ਸਦੀ ਦੇ ਸਾਲਾਂ ਵਿੱਚ ਸੁਤੰਤਰ ਅਰਥ ਵਿਵਸਥਾ ਅਤੇ ਆਰਥਿਕ ਖੇਤਰ ਵਿੱਚ ਰਾਜ ਦੁਆਰਾ ਦਖਲ ਨਾ ਦੇਣ 'ਤੇ ਬਹੁਤ ਹੀ ਜ਼ਿਆਦਾ ਬੁਰੇ ਸਿੱਟੇ ਨਿਕਲੇ। ਤਾਂ ਉਸ ਤੋਂ ਬਾਅਦ ਜੋ ਇੱਕ ਨਵੀਂ ਜੋ ਧਾਰਾ ਉੱਭਰ ਕੇ ਸਾਹਮਣੇ ਆਈ ਉਹ ਸੀ ਸਮਕਾਲੀ ਉਦਾਰਵਾਦ। ਸਮਕਾਲੀ ਉਦਾਰਵਾਦ ਦੇ ਜਿਹੜੇ ਮੁੱਖ ਸਮਰਥਕ ਹਨ ਬੈਂਥਮ, ਜੋਹਨ ਸਟੂਅਰਟ ਮਿਲ, TH ਗ੍ਰੀਨ ਆਦਿ ਜਿਹੜੇ ਹਨ ਉਹ ਸਮਕਾਲੀ ਉਦਾਰਵਾਦ ਦੇ ਸਮਰਥਕ ਹਨ। ਸਮਕਾਲੀ ਉਦਾਰਵਾਦ ਦੇ ਵਿੱਚ ਜੋ ਉਸ ਦੇ ਮੁੱਖ ਸਿਧਾਂਤ ਹਨ ਉਹ ਕਿਹੜੇ ਹਨ, ਅਸੀਂ ਅੱਗੇ ਇਹਨਾਂ ਦੀ ਵਿਆਖਿਆ ਕਰਾਂਗੇ। ਵਿਅਕਤੀਵਾਦ ਦਾ ਖੰਡਨ, ਜੋ ਸਮਕਾਲੀ ਉਦਾਰਵਾਦੀ ਹਨ ਉਹ ਇਸ ਵਿਚਾਰਧਾਰਾ ਵਿੱਚ ਵਿਸ਼ਵਾਸ ਕਰਦੇ ਹਨ ਕਿ ਵਿਅਕਤੀਵਾਦ ਦਾ ਉਹਨਾਂ ਨੇ ਖੰਡਨ ਕੀਤਾ ਹੈ ਕਿ ਰਾਜ ਦੀ ਦਖਲ ਨਾ ਦੇਣ ਦੀ ਨੀਤੀ ਦਾ ਸਮਰਥਨ ਉਹਨਾਂ ਨੇ ਕੀਤਾ ਹੈ। ਪਰੰਤੂ ਸਮਕਾਲੀ ਉਦਾਰਵਾਦੀ ਵਿਚਾਰਕਾਂ ਨੇ ਆਰਥਿਕ ਖੇਤਰ ਵਿੱਚ ਰਾਜ ਦੀ ਦਖਲ ਅੰਦਾਜ਼ੀ ਦੀ ਪੁਸ਼ਟੀ ਕਰਕੇ ਵਿਅਕਤੀਵਾਦ ਦੇ ਮੌਲਿਕ ਸਿਧਾਂਤ ਦੀ ਨਿਖੇਧੀ ਕੀਤੀ ਹੈ। ਨਿਯਮਤ ਅਰਥ ਵਿਵਸਥਾ, ਪੁਰਾਤਨ ਉਦਾਰਵਾਦ ਰਾਜ ਦੀ ਗੈਰ ਦਖਲੀ ਦੀ ਨੀਤੀ ਦਾ ਸਮਰਥਕ ਸੀ, ਪਰ ਸਮਕਾਲੀ ਉਦਾਰਵਾਦੀ ਇਸ ਮੱਤ ਦੇ ਹਨ ਕਿ ਦੇਸ਼ ਦੀ ਅਰਥ ਵਿਵਸਥਾ ਦਾ ਰਾਜ ਦੁਆਰਾ ਨਿਯਮਿਤ ਕੀਤਾ ਜਾਣਾ ਜ਼ਰੂਰੀ ਹੈ। ਸਮਕਾਲੀ ਉਦਾਰਵਾਦ ਆਰਥਿਕ ਖੇਤਰ ਵਿੱਚ ਰਾਜ ਦੀ ਗੈਰ ਦਖਲੀ ਦਖਲ ਅੰਦਾਜ਼ੀ ਦੀ ਨੀਤੀ ਦੇ ਵਿਰੁੱਧ ਹੈ। ਇਹ ਵਿਚਾਰਧਾਰਾ ਇਸ ਮੱਤ ਦਾ ਸਮਰਥਨ ਕਰਦੀ ਹੈ ਕਿ ਅਰਥ ਵਿਵਸਥਾ ਉੱਪਰ ਰਾਜ ਦਾ ਨਿਰੰਤਰਨ ਹੋਣਾ ਜ਼ਰੂਰੀ ਹੈ ਤੇ ਇਹ ਨਿਰੰਤਰਨ ਸਮੁੱਚੇ ਸਮਾਜ ਦੇ ਹਿੱਤ ਵਿੱਚ ਹੋਣਾ ਚਾਹੀਦਾ ਹੈ। ਰਾਜ ਇੱਕ ਸਮਾਜਿਕ ਤੇ ਨੈਤਿਕ ਸੰਸਥਾ ਹੈ। ਸਮਕਾਲੀ ਉਦਾਰਵਾਦੀਆਂ ਦਾ ਮਤ ਇਹ ਹੈ ਕਿ ਸਮਾਜਿਕ ਸ਼ਾਂਤੀ ਨੂੰ ਬਣਾਏ ਰੱਖਣ ਲਈ ਰਾਜ ਨਾਂ ਦੀ ਸੰਸਥਾ ਦਾ ਹੋਣਾ ਬਹੁਤ ਹੀ ਜ਼ਰੂਰੀ ਹੈ। ਜੇਕਰ ਰਾਜ ਵਿਅਕਤੀ ਦੇ ਜੀਵਨ ਦੇ ਭਿੰਨ-ਭਿੰਨ ਖੇਤਰਾਂ ਵਿੱਚ ਲੋੜੀਂਦੀ ਦਖਲਅੰਦਾਜ਼ੀ ਨਹੀਂ ਕਰਦਾ ਤਾਂ ਸ਼ਾਂਤਮਈ ਸਮਾਜਿਕ ਜੀਵਨ ਦੀ ਸੰਭਾਵਨਾ ਨਹੀਂ ਕੀਤੀ ਜਾ ਸਕਦੀ। ਰਾਜ ਵਿਅਕਤੀ ਦੇ ਸਮਾਜਿਕ ਅਤੇ ਨੈਤਿਕ ਵਿਕਾਸ ਨੂੰ ਸੰਭਵ ਬਣਾਉਣ ਲਈ ਤੇ ਲੋੜੀਂਦੀਆਂ ਅਵਸਥਾਵਾਂ ਵਿਕਸਿਤ ਕਰਨ ਲਈ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਸੇ ਕਾਰਨ ਸਮਕਾਲੀ ਉਦਾਰਵਾਦ ਨੂੰ ਰਾਜ ਨੂੰ ਇੱਕ ਨੈਤਿਕ ਸੰਸਥਾ ਦੇ ਰੂਪ ਵਿੱਚ ਮਨੁੱਖੀ ਜੀਵਨ ਲਈ ਅਤੀ ਜ਼ਰੂਰੀ ਸਮਝਦਾ ਹੈ। ਇਸ ਤਰ੍ਹਾਂ ਅਸੀਂ ਗੱਲ ਕੀਤੀ ਕਿ ਜੋ ਉਦਾਰਵਾਦ ਹੈ ਇਸ ਵਿਚਾਰਧਾਰਾ ਦਾ ਕੀ ਅਰਥ ਹਨ ਤੇ ਉਦਾਰਵਾਦ ਦੀ ਜੋ ਧਾਰਾ ਹੈ ਉਸ ਦੇ ਕਿੰਨੇ ਰੂਪ ਹਨ
ਤੇ ਪਰੰਪਰਾਵਾਦੀ ਉਦਾਰਵਾਦ ਸਮਕਾਲੀ ਉਦਾਰਵਾਦ ਤੋਂ ਕਿਸ ਤਰ੍ਹਾਂ ਅਲੱਗ ਹੈ। ਥੈਂਕਸ, ਹੈਵ ਅ ਨਾਈਸ ਡੇ।